ਤੇ ਅਗਲੀ ਖਬਰ ਵੱਲ ਚਲੀਏ। ਯੂਐਸ ਦੀ ਇਕਨੋਮੀ ਜਿਹੜੀ ਆ ਉਹ ਕਹਿੰਦੇ ਵੀ ਸਮਰ ਦੇ ਵਿੱਚ ਰਿਸੈਸ਼ਨ ਚ ਆ ਸਕਦੀ ਆ। ਇਨਫਲੇਸ਼ਨ ਨੇ ਲੋਕਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਕੀਤਾ ਆ। ਕੰਜ਼ਿਊਮਰ ਦੀ ਜਿਹੜੀ ਸਪੈਂਡਿੰਗ ਆ, ਕੰਜ਼ਿਊਮਰ ਨੇ ਜਿਹੜੇ ਪੈਸੇ ਸਪੈਂਡ ਕਰਨੇ ਆ, ਉਹ ਹੁਣ ਲੋਕ ਬਹੁਤ ਆਪਣੇ ਹੱਥ ਘੁੱਟ ਕੇ ਜਿਹੜੇ ਪੈਸੇ ਆ ਉਹ ਖਰਚ ਰਹੇ ਹੈਗੇ ਆ। ਇਹ ਜਿਹੜੀ ਸਟੇਟਮੈਂਟ ਆ ਰਹਿ ਚੁੱਕੇ ਫੈਡਰਲ ਆਫੀਸ਼ੀਅਲ ਉਹਨਾਂ ਨੇ ਦਿੱਤੀ ਹੈਗੀ ਆ। ਫਾਰਮਰ ਫੈਡ ਗਵਰਨਰ ਲਾਰੈਂਸ ਲਿੰਡਸੇ, ਜਿਹੜੇ ਕਿ ਡਾਇਰੈਕਟਰ ਵੀ ਹੈਗੇ ਆ ਨੈਸ਼ਨਲ ਇਕਨੋਮਿਕ ਕੌਂਸਲ ਦੇ, ਸੀਗੇ ਪ੍ਰੈਜ਼ੀਡੈਂਟ ਜਾਰਜ ਡਬਲਯੂ ਬੁਸ਼ ਦੇ ਟਾਈਮ ਤੇ। ਉਹਨਾਂ ਨੇ ਕਿਹਾ ਕਿ ਜਿਸ ਹਿਸਾਬ ਦੇ ਨਾਲ ਇਨਫਲੇਸ਼ਨ ਹੈ, ਜੁਲਾਈ ਤੋਂ ਲੈ ਕੇ ਸਤੰਬਰ ਤੱਕ ਪੂਰਾ ਜਿਹੜਾ ਆ ਰਿਸੈਸ਼ਨ ਆ ਜਾਊਗਾ। ਸੋ ਇਹ ਆਮ ਬੰਦਾ ਨਹੀਂ ਕੋਈ ਕਹਿ ਰਿਹਾ, ਜਿਹੜਾ ਤੁਹਾਨੂੰ ਮੈਂ ਦੱਸਿਆ ਵੀ ਫੈਡਰਲ ਗਵਰਨਰ ਰਹਿ ਚੁੱਕਾ ਆ। ਸੋ ਨੈਚੁਰਲੀ ਉਹਨਾਂ ਨੂੰ ਨੌਲੇਜ ਤਾਂ ਹੈਗਾ ਹੀ ਆ। ਆਪਾਂ ਦੇਖ ਹੀ ਰਹੇ ਆ ਵੀ ਜਿਸ ਹਿਸਾਬ ਦੇ ਨਾਲ ਕੀਮਤਾਂ ਵਧੀਆਂ ਹਰ ਚੀਜ਼ ਦੀਆਂ, ਖਾਣ ਪੀਣ ਦੀਆਂ, ਗੈਸ ਦੀਆਂ, ਰੈਂਟ ਦੀਆਂ, ਤੇ ਲੋਕਾਂ ਦੇ ਵਿੱਚ ਹਾਹਾਕਾਰ ਮਚੀ ਹੋਈ ਹੈਗੀ ਆ। ਲਿੰਡਸੇ ਨੇ ਇਹ ਕਿਹਾ ਵੀ ਉਹ ਇਨਫਲੇਸ਼ਨ ਹੋਰ ਵੀ ਕਹਿੰਦੇ ਵੀ ਅੱਗੇ ਜਾ ਸਕਦੀ ਆ। 1980 ਵਾਲੀ ਇੱਕ ਇਹ ਸਿਚੁਏਸ਼ਨ ਕਹਿੰਦੇ ਬਣੀ ਹੋਈ ਹੈਗੀ ਆ। ਲਿੰਡਸੇ ਨੇ ਐਜ਼ ਏ ਗਵਰਨਰ ਫੈਡਰਲ ਰਿਜ਼ਰਵ ਦੇ ਰਹੇ ਆ ਉਹ 1991 ਤੋਂ ਲੈ ਕੇ 1997 ਤੱਕ। ਉਹ ਤੋਂ ਬਾਅਦ ਚੀਫ ਐਗਜ਼ੀਕਿਊਟਿਵ ਰਹੇ ਲਿੰਡਸੇ ਗਰੁੱਪ ਇਕਨੋਮਿਕ ਐਡਵਾਈਜ਼ਰੀ ਫਰਮ ਬੇਸਡ ਇਨ ਵਾਸ਼ਿੰਗਟਨ ਡੀਸੀ ਦੇ ਵਿੱਚ। ਤੇ ਕਹਿੰਦੇ ਵੀ ਪਰਚੇਜ਼ਿੰਗ ਪਾਵਰ, ਲੋਕਾਂ ਦੇ ਕੋਲ ਖਰੀਦਣ ਦੀ ਜਿਹੜੀ ਸ਼ਕਤੀ ਆ ਉਹ ਬਹੁਤ ਘਟ ਰਹੀ ਆ। ਉਹ ਤਾਂ ਆਪਾਂ ਦੇਖ ਹੀ ਰਹੇ ਆ ਵੀ ਕਿੰਨੀ ਜ਼ਿਆਦਾ ਕੀਮਤਾਂ ਵਧੀਆਂ ਹੋਈਆਂ ਹੈਗੀਆਂ। ਲੇਬਰ ਡਿਪਾਰਟਮੈਂਟ ਐਸਟੀਮੇਟ ਕਰ ਰਿਹਾ ਵੀ ਅਰਨਿੰਗ ਐਡਜਸਟਮੈਂਟ ਇਨਫਲੇਸ਼ਨ 2.6% ਡਿੱਗ ਪਊਗੀ ਆਉਣ ਵਾਲੇ 12 ਮਹੀਨਿਆਂ ਦੇ ਵਿੱਚ। ਪਰ ਲੱਗਦਾ ਨਹੀਂ ਹਜੇ ਕਿਸੇ ਤਰ੍ਹਾਂ ਕੋਈ ਚੇਂਜ ਆ ਰਹੀ ਹੈਗੀ ਆ। ਨਹੀਂ, ਬਿਲਕੁਲ ਕਹਿੰਦੇ ਵੀ ਇਹਨਾਂ ਨੇ ਇਸੇ ਗੱਲ ਦੇ ਵਿੱਚ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਵੀ ਕਹਿੰਦੇ ਵੀ ਫੈਡ ਅਜੇ ਕੋਈ ਲਾਗੇ ਛਾਗੇ ਵੀ ਨਹੀਂ ਨਜ਼ਰ ਆ ਰਹੀ ਵੀ ਇਨਫਲੇਸ਼ਨ ਦੇ ਉੱਤੇ ਕਿਸੇ ਤਰੀਕੇ ਦੇ ਨਾਲ ਕੰਟਰੋਲ ਆ ਸਕਦਾ ਹੈਗਾ। ਆਪਾਂ ਨੂੰ ਪਤਾ ਹੀ ਆ ਵੀ ਲਗਾਤਾਰ ਕੀਮਤਾਂ ਸਾਰੇ ਪਾਸੇ ਹਰ ਇੱਕ ਚੀਜ਼ ਦੀਆਂ, ਦੁੱਧ ਤੋਂ ਲੈ ਕੇ ਤੇਲ ਤੱਕ ਤੇ ਇਨ ਬਿਟਵੀਨ ਐਵਰੀਥਿੰਗ, ਉਹ ਸਾਰਾ ਕੁਛ ਮਹਿੰਗਾ ਹੋ ਚੁੱਕਾ ਹੋਇਆ ਆ। ਸੋ ਵੀ ਲੋਕਾਂ ਦਾ ਲੱਕ ਉਸਦੇ ਕਰਕੇ ਟੁੱਟਾ ਪਿਆ ਆ। ਸੋ ਬਹੁਤ ਸਾਰੇ ਜਿਹੜੇ ਇਕੋਨੋਮਿਸਟ ਆ ਉਹ ਇਸੇ ਚੀਜ਼ ਵੱਲ ਨੂੰ ਇਸ਼ਾਰਾ ਕਰ ਰਹੇ ਹੈਗੇ ਆ। ਪਰ ਹਰਜੋਤ ਸਿੰਘ ਜੀ, ਇਹ ਇਕੋਨੋਮਿਸਟ ਉਹੀ ਨੇ ਜਿਨ੍ਹਾਂ ਨੇ ਕੋਵਿਡ ਦੇ ਦੌਰਾਨ ਵੀ ਕਿਹਾ ਸੀਗਾ ਵੀ ਆਹ ਕੁਛ ਜਿਹੜਾ ਉਹ ਹੋ ਜਾਣਾ, ਪਰ ਉਹਨਾਂ ਦੇ ਸਾਰੇ ਜਿਹੜੀਆਂ ਭਵਿੱਖਬਾਣੀਆਂ ਕਿਤੇ ਨਾ ਕਿਤੇ ਕੋਵਿਡ ਦੇ ਦੌਰਾਨ ਧਰੀਆਂ ਧਰਾਈਆਂ ਜਿਹੜੀਆਂ ਉਹ ਰਹਿ ਗਈਆਂ। ਹੁਣ ਪਤਾ ਨਹੀਂ ਅੱਗੇ ਜਿਹੜਾ ਉਹ ਕੀ ਬਣਨ ਜਾ ਰਿਹਾ ਹੈਗਾ ਆ। ਲੇਬਰ ਡਿਪਾਰਟਮੈਂਟ ਦੇ ਵੀ ਜਿਹੜੇ ਐਸਟੀਮੇਟ ਆਏ ਆ ਅਰਨਿੰਗ ਦੇ ਇਨਫਲੇਸ਼ਨ ਦੇ, ਉਹ 2.6% ਡਿੱਗੇ ਨੇ। ਇੱਕ ਹਿਸਾਬ ਦੇ ਨਾਲ ਇਨਫਲੇਸ਼ਨ ਜਿਹੜੀ ਉਹ ਘਟੀ ਆ ਅੱਗੇ ਜਿਹੜੇ ਆ ਹੁਣ 12 ਮਹੀਨੇ ਦੇ ਹਿਸਾਬ ਦੇ ਨਾਲ, ਜਦੋਂ ਫਰਵਰੀ ਦੇ ਹਿਸਾਬ ਦੇ ਨਾਲ ਉਹਨਾਂ ਨੇ ਪਿਛਲੇ ਸਾਲ ਤੁਲਨਾ ਜਿਹੜੀ ਉਹ ਕੀਤੀ ਗਈ ਹੋਵੇ। ਸੋ ਥੋੜਾ ਜਿਹਾ ਕਾਬੂ ਪੈ ਰਿਹਾ ਆ। ਇਹ ਹੁਣ ਦੇਖਣਾ ਹੋਊਗਾ ਵੀ ਹੋਰ ਕਿੰਨੀ ਕੁ ਜਲਦੀ ਕਾਬੂ ਪਊਗਾ। ਆਲਰੇਡੀ ਇਨਫਲੇਸ਼ਨ ਦੇ ਨੂੰ ਕਾਬੂ ਪਾਉਣ ਦੇ ਲਈ ਇੰਟਰਸਟ ਰੇਟ ਜਿਹੜੀ ਸੈਂਟਰਲ ਬੈਂਕ ਆ ਜਦੋਂ ਦੂਜੇ ਬੈਂਕਾਂ ਨੂੰ ਮਨੀ ਦਿੰਦੀ ਆ, ਰਾਸ਼ੀ ਦਿੰਦੀ ਆ, ਤਾਂ ਉਸ ਦੇ ਉੱਤੇ ਹੁਣ ਉਹਨਾਂ ਨੇ ਇੰਟਰਸਟ ਰੇਟ ਆਲਰੇਡੀ ਵਧਾ ਦਿੱਤਾ ਹੈਗਾ। ਤੇ ਇਸ ਸਾਲ ਦੇ ਵਿੱਚ ਇਹਨਾਂ ਨੇ ਹੋਰ ਵੀ ਇੰਟਰਸਟ ਰੇਟ ਜਿਹੜੇ ਉਹ ਵਧਾਉਣੇ ਹੈਗੇ ਨੇ। ਸੋ ਕੱਲੇ ਇਕੋਨੋਮਿਸਟ ਨਹੀਂ, ਨਵੇਂ ਸਰਵੇ ਆਏ ਆ, ਕਹਿੰਦੇ 81% ਯੂਐਸਏ ਦੇ ਵਿੱਚ ਅਡਲਟਸ ਉਹਨਾਂ ਨੂੰ ਫਿਕਰ ਆ ਵੀ ਰਿਸੈਸ਼ਨ ਇਸ ਸਾਲ ਆ ਰਿਹਾ ਹੈਗਾ ਆ। CNBC ਤੇ ਏਕੌਨ ਇਨਵੈਸਟ ਇਹਨਾਂ ਨੇ ਸਰਵੇ ਕੀਤਾ ਹੈਗਾ। ਮੋਮੈਂਟਿਵ ਕਰਕੇ ਆਰਗੇਨਾਈਜੇਸ਼ਨ ਆ ਉਹਨਾਂ ਵੱਲੋਂ, ਜਿੱਥੇ ਕਿ 4000 ਲੋਕਾਂ ਦਾ ਸਰਵੇ ਕੀਤਾ ਗਿਆ ਮਾਰਚ 23 ਤੇ ਮਾਰਚ 24 ਨੂੰ। ਉਹਦੇ ਮੁਤਾਬਕ 81% ਕਹਿੰਦੇ ਆ ਰਿਸੈਸ਼ਨ 100% ਇਸ ਸਾਲ ਆ ਰਿਹਾ ਹੈ। ਰਿਪਬਲਿਕਨ ਮੈਜੋਰਟੀ ਦੇ ਵਿੱਚ ਕਹਿ ਰਹੇ ਆ ਤੇ ਡੈਮੋਕ੍ਰੇਟ ਵੀ ਕਾਫੀ ਕਹਿ ਰਹੇ ਆ ਵੀ ਹਾਂ ਚਾਂਸ ਪੂਰੇ ਹੈਗੇ ਆ। ਸੋ ਆਪਾਂ ਕਰਨਾ ਕੀ ਆ, ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਜਦੋਂ ਰਿਸੈਸ਼ਨ ਆਉਂਦਾ ਤੇ ਸਾਨੂੰ ਸੇਵਿੰਗ ਜ਼ਰੂਰ ਕਰਨੀ ਚਾਹੀਦੀ ਹੈਗੀ ਆ, ਤੇ ਜਿਹੜਾ ਖਰਚਾ ਆ ਉਹ ਘੱਟ ਕਰਨਾ ਚਾਹੀਦਾ ਹੈਗਾ। ਸੋ ਐਮਰਜੈਂਸੀ, ਰਿਟਾਇਰਮੈਂਟ ਸੇਵਿੰਗਸ, ਇਹ ਸਾਰਾ ਕੁਛ ਤੁਹਾਨੂੰ ਸਾਂਭ ਕੇ ਰੱਖਣ ਦੀ ਜ਼ਰੂਰਤ ਆ। ਬਜਟ ਦੇ ਵਿੱਚ ਤੁਹਾਨੂੰ ਟ੍ਰਿਮਿੰਗ ਕਰਨੀ ਪੈਣੀ ਹੈਗੀ ਆ ਤਾਂ ਕਿ ਜੇ ਕਿਤੇ ਜ਼ਿਆਦਾ ਹੀ ਐਮਰਜੈਂਸੀ ਹੋ ਜਾਂਦੀ ਆ ਤੁਹਾਡੇ ਕੋਲ ਪੈਸੇ ਰਹਿਣ। ਪਰ ਅਨਫੋਰਚੂਨੇਟ ਪਾਰਟ ਇਹ ਆ, ਅਮਰੀਕਾ ਦੇ ਵਿੱਚ ਬਹੁਤ ਹੀ ਘੱਟ ਲੋਕ ਸੇਵਿੰਗ ਕਰਦੇ ਆ।
ਕਈਆਂ ਦੇ ਕੋਲ ਤਾਂ 2-3 ਮਹੀਨੇ ਦਾ ਖਰਚਾ ਵੀ ਨਹੀਂ ਹੁੰਦਾ ਜੇ ਕਿਤੇ ਬੰਦੇ ਦੀ ਜੌਬ ਚਲ ਜਾਏ। ਸੋ ਪੰਜਾਬੀ ਆ ਥੋੜੀ ਸੇਵਿੰਗ ਕਰਦੇ ਹੈਗੇ ਆ, ਇੰਡੀਅਨਸ ਕਾਫੀ ਸੇਵਿੰਗ ਕਰਦੇ ਬਾਕੀਆਂ ਦੇ ਮੁਕਾਬਲੇ, ਪਰ ਸਟਿਲ ਜਿਨ੍ਹਾਂ ਨੇ ਇੰਨੇ ਮਹਿੰਗੇ ਮਹਿੰਗੇ ਘਰ ਲਏ ਹੋਏ ਹੈਗੇ ਆ, ਪੇਮੈਂਟਸ 6-6 7-7 ਹਜ਼ਾਰ ਡਾਲਰ ਦੀਆਂ ਆ, ਜੇ ਕੋਈ ਟਰੱਕਿੰਗ ਬਿਜ਼ਨਸ 'ਚ ਆ ਉਹਨਾਂ ਦੇ ਬਹੁਤ ਮਹਿੰਗੀਆਂ ਉਹਨਾਂ ਦੀਆਂ ਪੇਮੈਂਟਸ ਆ, ਇੰਟਰਸਟ ਰੇਟ ਬੜਾ ਹਾਈ ਹੈਗਾ। ਸੋ ਐਵਰੇਜ ਤਾਂ ਕਹਿੰਦੇ ਇਹ ਚਾਹੀਦਾ ਵੀ ਘੱਟੋ ਘੱਟ ਤੁਹਾਡੇ ਕੋਲ 6 ਤੋਂ ਲੈ ਕੇ 12 ਮਹੀਨੇ ਦੀ ਸੇਵਿੰਗ ਹੋਣੀ ਚਾਹੀਦੀ ਆ। ਫਿਰ ਰੱਬ ਨਾ ਕਰੇ ਕੱਲ ਨੂੰ ਤੁਸੀਂ ਟੋਟਲੀ ਲੇ ਆਫ ਹੋ ਜਾਂਦੇ ਆ, ਤੁਹਾਡੇ ਕੋਲ ਹੋਰ ਕੋਈ ਸਾਧਨ ਨਹੀਂ ਹੈ ਇਨਕਮ ਦਾ, ਘੱਟੋ ਘੱਟ ਤੁਹਾਡੇ ਕੋਲ 6 ਤੋਂ ਲੈ ਕੇ 12 ਮਹੀਨੇ ਦੀ ਸੇਵਿੰਗ ਹੋਣੀ ਚਾਹੀਦੀ ਆ। ਉਹਦੇ ਵਿੱਚ ਤੁਹਾਡੀ ਮੌਰਗੇਜ ਪੇ ਕਰਨ ਦੇ ਲਈ, ਤੁਹਾਡੀ ਕੋਈ ਇੰਸ਼ੋਰੈਂਸ ਆ, ਤੁਹਾਡੀ ਰੋਟੀ ਪਾਣੀ, ਸਾਰਾ ਕੁਝ ਹੁਣ ਤੁਸੀਂ ਹਿਸਾਬ ਲਾ ਲਓ ਕਿ ਕਿੰਨੀ ਕੁ ਸੇਵਿੰਗ ਜਿਹੜੀ ਆ ਆਪਣੇ ਕੋਲ ਹੋਣੀ ਚਾਹੀਦੀ ਆ ਜੇ ਕੱਲ ਨੂੰ ਕੁਝ ਹੋ ਜਾਂਦਾ। ਬਹੁਤ ਵਾਰ ਕੀ ਹੁੰਦਾ ਵੀ ਆਪਾਂ ਹੁਣ ਦੇਖਦੇ ਆ ਰੀਅਲ ਸਟੇਟ 'ਚ ਹਜੇ ਵੀ ਲੋਕ ਓਵਰਬਿਡ ਕਰਦੇ, ਕਈਆਂ ਨੇ ਰਿਸੈਸ਼ਨ ਨਹੀਂ ਦੇਖੇ ਹੁੰਦੇ। ਮੈਂ ਤੁਹਾਨੂੰ ਆਪਣੀ ਐਗਜ਼ਾਮਪਲ ਦਿੰਦਾ ਵੀ ਮੈਂ 3 ਰਿਸੈਸ਼ਨ ਯੂਐਸਏ ਦੇ ਵਿੱਚ ਦੇਖੇ ਹੈਗੇ ਆ, 90s ਵਾਲਾ, 2000 ਵਾਲਾ, 2008 to 2010 ਵਾਲਾ। ਸੋ ਜਿਹੜੇ ਰਿਸੈਸ਼ਨ ਤੋਂ ਬਾਅਦ ਆਏ ਆ ਉਹਨਾਂ ਨੂੰ ਇਹ ਨਹੀਂ, ਜੇ ਉਹਨੇ ਖੁਦ ਦੇਖਿਆ ਨਹੀਂ ਹੁੰਦਾ, ਉਹਨੂੰ ਲੱਗਦਾ ਵੀ ਨਹੀਂ ਆਪਾਂ ਤਾਂ ਬਹੁਤ ਤਕੜੇ ਮੁਲਕ ਦੇ ਵਿੱਚ ਆ, ਇੱਥੇ ਇਹ ਕੁਝ ਨਹੀਂ ਵਾਪਰਨਾ, ਸਾਰਾ ਕੁਝ ਉੱਪਰ ਨੂੰ ਜਾ ਰਿਹਾ ਹੈ। ਸੋ ਜਿਨ੍ਹਾਂ ਨੇ ਦੇਖਿਆ ਹੁੰਦਾ ਉਹ ਥੋੜਾ ਜ਼ਿਆਦਾ ਸੇਵ ਕਰਕੇ ਰੱਖਦੇ ਆ। ਸੋ ਇਹ ਆਮ ਲੋਕ ਵੀ, ਇਕਨੋਮਿਸਟ ਵੀ ਕਹਿ ਰਹੇ ਆ ਵੀ ਸੇਵਿੰਗ ਤੁਹਾਡੀ ਬਹੁਤ ਜ਼ਰੂਰੀ ਆ, ਘੱਟੋ ਘੱਟ 6 ਮਹੀਨੇ ਦੇ ਖਰਚੇ ਦੀ। ਜੀ ਬਿਲਕੁਲ ਬਿਲਕੁਲ। ਹੁਣ ਦੇਖੋ ਕਿੱਦਾਂ ਜਿਹੜਾ ਉਹ ਕਰਦੇ ਨੇ ਲੋਕ, ਆਪਾਂ ਦੇਖਦੇ ਆ ਵੀ ਤਾਂ ਹੀ ਇੱਥੇ ਜਿਹੜੇ ਲਫ਼ਜ਼ ਵਰਤੇ ਜਾਂਦੇ ਆ, ਪੇ ਚੈੱਕ ਟੂ ਪੇ ਚੈੱਕ, ਸਰਵਾਈਵਿੰਗ ਔਨ ਪੇ ਚੈੱਕ ਟੂ ਪੇ ਚੈੱਕ। ਸੋ ਉਹੀ ਕੰਮ ਜਿਹੜੇ ਉਹ ਚੱਲਦੇ ਰਹਿੰਦੇ ਨੇ। ਸੋ ਇਸ ਹਿਸਾਬ ਦੇ ਨਾਲ ਆਪਾਂ ਨੂੰ ਜਿਹੜਾ ਉਹ ਧਿਆਨ ਰੱਖਣ ਦੀ ਜ਼ਰੂਰਤ ਆ। ਆਪਾਂ ਚਲੋ ਜਿੱਥੋਂ ਆਏ ਆ ਉੱਥੇ ਵੀ ਆਪਾਂ ਨੂੰ ਇਹ ਚੀਜ਼ ਸਿਖਾਈ ਜਾਂਦੀ ਸੀ ਵੀ ਆਪਾਂ ਵੱਧ ਤੋਂ ਵੱਧ ਸੇਵਿੰਗ ਕਰੀਏ, ਵੀ ਆਪਣੇ ਹੀ ਭਵਿੱਖ ਦੇ ਲਈ ਕਿਤੇ ਨਾ ਕਿਤੇ ਸੁਰੱਖਿਆ ਉਹ ਆਪਣੇ ਲਈ ਰਹਿੰਦੀ ਹੈਗੀ ਆ। ਸੋ ਹੋਪਫੁਲੀ ਲੋਕ ਜਿਹੜੇ ਉਹ ਸਮਝਣਗੇ, ਕਿਉਂਕਿ ਰਿਸੈਸ਼ਨ ਦੇ ਝਟਕੇ ਕਈ ਵਾਰੀ ਅਸਹਿਣਯੋਗ ਬਣ ਜਾਂਦੇ ਆ। ਬੰਦਾ ਇਹਨੇ ਖਰਚੇ ਇੰਨੇ ਕੁ ਜ਼ਿਆਦਾ ਆਪਣੇ ਵਧਾ ਲਏ ਹੁੰਦੇ ਆ, ਰਿਸੈਸ਼ਨ ਆਉਣ ਤੋਂ ਬਾਅਦ 'ਚ ਉਹ ਸਰਵਾਈਵ ਕਰਨਾ, ਉਹ ਖਰਚਿਆਂ ਨੂੰ ਪੂਰੀਆਂ ਕਰਨਾ ਕਾਫੀ ਮੁਸ਼ਕਲ ਜਿਹੜਾ ਉਹ ਬਣ ਜਾਂਦਾ ਹੈ। ਸੋ ਇਸ ਲਈ ਬੈਟਰ ਆ ਵੀ ਚਾਦਰ ਦੇਖ ਕੇ ਪੈਰ ਪਸਾਰਨ ਵਾਲੀ ਗੱਲ ਐਵੇਂ ਨਹੀਂ, ਕਹਾਵਤਾਂ ਜਿਹੜੀਆਂ ਉਹ ਬਣੀਆਂ ਹਿਸਾਬ ਦੇ ਨਾਲ ਹੀ ਜਿਹੜਾ ਉਹ ਕੰਮ ਚੱਲਣਾ ਚਾਹੀਦਾ ਆ।